अस्सलाम वालेकुम भाई। सब तो पहले अपना तारुफ ज़रा करवाना। ਮੇਰਾ ਨਾਮ ਫਿਆਜ਼ ਅਹਿਮਦ ਹੈ ਜੀ ਕਿ ਮੈਂ ARY ਨਿਊਜ਼ ਦੇ ਵਿੱਚ ਵੀਡੀਓ ਜਰਨਲਿਸਟ ਹਾਂ ਪਿਛਲੇ 8 ਸਾਲ ਤੋਂ। ਅੱਛਾ ਅੱਛਾ ਫਿਆਜ਼ ਭਾਈ, ਤੁਸੀਂ ਮੈਨੂੰ ਇਹ ਦੱਸੋ ਕਿ ਮਰਦਮਸ਼ੁਮਾਰੀ ਅੱਗੇ ਆ ਰਹੀ ਹੈ ਜਿਹਦੇ ਵਿੱਚ ਸ਼ੁਮਾਰੀਆਤ ਦਾ ਜਿਹੜਾ ਇਦਾਰਾ ਹੈ ਉਹ ਜਿਤਨੀ ਵੀ ਆਬਾਦੀ ਹੈ ਮੁਲਕ ਦੀ ਉਹਦੇ ਹਵਾਲੇ ਨਾਲ ਕੰਮ ਕਰੇਗਾ ਔਰ ਮਰਦਮਸ਼ੁਮਾਰੀ ਕਰੇਗਾ। ਤੇ ਪੰਜਾਬੀਆਂ ਦੇ ਲਈ ਕੋਈ ਮੈਸੇਜ ਕੋਈ ਦੇਣਾ ਚਾਹੋਗੇ? ਪੰਜਾਬੀਆਂ ਨੂੰ ਇੱਕ ਹੀ ਮੈਸੇਜ ਹੈ ਮੇਰਾ ਕਿ ਇੱਕ ਤੇ ਪੰਜਾਬੀ ਸਾਡੇ ਕਈ ਦੋਸਤ ਭਰਾ ਨੇ ਜਿਹੜੇ ਕਿਤੇ 4 ਬੰਦਿਆਂ 'ਚ ਬੈਠੇ ਹੋਣ ਤਾਂ ਉਹਨਾਂ ਨੂੰ ਪੰਜਾਬੀ ਬੋਲਦਿਆਂ ਬੜੀ ਸ਼ਰਮ ਆਉਂਦੀ ਹੈ। ਘਰੋਂ ਪਿੰਡ ਨੂੰ ਫੋਨ ਆ ਜਾਏ, ਕਿਸੇ ਪਿੰਡ ਨੂੰ ਯਾਰ ਦੋਸਤ ਦਾ ਫੋਨ ਆ ਜਾਏ ਤੇ ਉਹ ਸ਼ਰਮ ਦੇ ਬਾਰੇ ਚੁੱਕ ਕੇ ਸੁਣਦੇ ਹੀ ਨਹੀਂ, ਜਾਂ ਜੇ ਸੁਣਨ ਵੀ ਤੇ ਉਹਨੂੰ ਬੜੇ ਪਿਆਰ ਤਰੀਕੇ ਨਾਲ ਆਪਣੀ ਕੌਮੀ ਜ਼ੁਬਾਨ ਉਰਦੂ ਵਿੱਚ ਜਵਾਬ ਦਿੰਦੇ ਨੇ ਕਿ ਮੈਂ ਆਪਕੋ ਥੋੜੀ ਦੇਰ ਤੱਕ ਕਾਲ ਬੈਕ ਕਰਤਾ ਹੂੰ, ਤੇ ਫਿਰ ਸਾਈਡ 'ਤੇ ਹੋ ਕੇ ਉਹਨੂੰ ਪੰਜਾਬੀ ਆਪਣੇ ਜਿਹੜਾ ਉਹਦਾ ਮਾਦਰੀ ਜ਼ੁਬਾਨ ਹੈ ਜਿਹੜੀ ਮਾਂ ਬੋਲੀ ਜਿਹਨੂੰ ਕਹਿੰਦੇ ਨੇ ਉਹਦੇ 'ਚ ਬਹਿ ਕੇ ਫਿਰ ਉਹਦੇ ਨਾਲ ਜਨਾਬ ਗੱਪਸ਼ਪ ਵੀ ਲਾਉਂਦੇ ਨੇ, ਅਤੇ ਇਕੱਲਿਆਂ ਬਹਿ ਕੇ ਬੰਦਿਆਂ 'ਚ ਬਹਿ ਕੇ ਸ਼ਰਮਾਉਂਦੇ ਨੇ। ਅਤੇ ਦੋਸਤਾਂ ਲਈ ਇਹ ਪੈਗਾਮ ਹੈ ਕਿ ਜੇ ਪਠਾਨ ਪਸ਼ਤੋ ਬੋਲਦਿਆਂ ਨਹੀਂ ਸ਼ਰਮਾਉਂਦਾ, ਸਿੰਧੀ ਜਿਹੜਾ ਸਿੰਧ ਦਾ ਰਹਿਣ ਵਾਲਾ ਉਹ ਸਿੰਧੀ ਬੋਲਦਿਆਂ ਨਹੀਂ ਸ਼ਰਮਾਉਂਦਾ, ਬਲੋਚਿਸਤਾਨ ਦਾ ਰਹਿਣ ਵਾਲਾ ਜਿਹੜਾ ਉਹ ਬਲੋਚੀ ਬੋਲਦਿਆਂ ਨਹੀਂ ਸ਼ਰਮਾਉਂਦਾ, ਬੜੇ ਠਾਠ ਬਾਠ ਨਾਲ ਉਹ ਬੋਲਦੇ ਨੇ, ਅਤੇ ਪੰਜਾਬੀ ਭਰਾ ਜਿਹੜੇ ਨੇ ਉਹ ਪੰਜਾਬੀ ਬੋਲਦਿਆਂ ਕਿਉਂ ਸ਼ਰਮਾਉਂਦੇ ਨੇ? ਹਾਲਾਂਕਿ ਤੁਹਾਡੀ ਜ਼ੁਬਾਨ ਜਿਹੜੀ ਹੈ ਉਹ ਪਠਾਨ ਵੀ ਬੋਲਦੇ ਨੇ, ਤੁਹਾਡੀ ਜ਼ੁਬਾਨ ਬਲੋਚੀ ਵੀ ਬੋਲਦੇ ਨੇ, ਤੁਹਾਡੀ ਜ਼ੁਬਾਨ ਸਿੰਧੀ ਵੀ ਬੋਲਦੇ ਨੇ। ਸਾਡੀ ਤਾਂ ਜ਼ੁਬਾਨ ਹੀ ਬਹੁਤ ਵੱਡੀ, ਬਹੁਤ ਗਹਿਰੀ ਔਰ ਬਹੁਤ ਵੱਡੀ ਜ਼ੁਬਾਨ ਹੈ ਔਰ ਬੜੀ ਦੁਨੀਆ 'ਤੇ ਮਸ਼ਹੂਰ ਤਰੀਨ ਜ਼ੁਬਾਨ ਹੈ। ਚੰਦ ਇੱਕ ਵੱਡੀਆਂ ਜ਼ੁਬਾਨਾਂ ਤੋਂ ਬਾਅਦ, ਵੱਡਿਆਂ ਲਹਿਜਿਆਂ ਤੋਂ ਬਾਅਦ ਪੰਜਾਬੀ ਜਿਹੜੀ ਹੈ ਉਹ ਦੁਨੀਆ 'ਤੇ ਮੇਰਾ ਖਿਆਲ ਹੈ ਕਿ ਤੀਸਰੇ ਚੌਥੇ ਨੰਬਰ 'ਤੇ ਬੋਲਣ ਵਾਲੀ ਵੱਡੀ ਜ਼ੁਬਾਨ ਹੋਣੀ ਹੈ। ਦੁਨੀਆ ਦੇ ਬੜੇ ਬੜੇ ਯੂਰਪ ਦੇ ਕਈ ਮੁਲਕਾਂ 'ਚ ਪੰਜਾਬੀ ਬੋਲੀ ਜਾਂਦੀ ਹੈ। ਈਵਨ ਕੈਨੇਡਾ ਵਿੱਚ ਪੰਜਾਬੀ ਜਿਹੜੀ ਹੈ ਉਹ ਦੂਸਰੀ ਲੈਂਗੁਏਜ ਦੇ ਤੌਰ 'ਤੇ ਬੋਲੀ ਜਾਂਦੀ ਹੈ। ਅਤੇ ਇੰਡੀਆ ਵਿੱਚ ਬਹੁਤ ਜ਼ਿਆਦਾ ਬੜੀ ਵੱਡੀ ਤਾਦਾਦ ਹੈ ਪੰਜਾਬੀਆਂ ਦੀ, ਜਿੱਥੇ ਬੜਾ ਵੱਡਾ ਇੱਕ ਇਲਾਕਾ ਹੈ ਪੂਰਾ ਜਿਹਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਸਮਝੀ ਜਾਂਦੀ ਹੈ, ਲਿਖੀ ਜਾਂਦੀ ਹੈ। ਔਰ ਪੰਜਾਬੀ ਕੋਈ ਅੱਜ ਦੀ ਜ਼ੁਬਾਨ ਨਹੀਂ ਹੈ, ਕੋਈ ਅੱਜ ਦਾ ਲਹਿਜਾ ਨਹੀਂ ਹੈ, ਕੋਈ 100 ਸਾਲ ਦਾ ਲਹਿਜਾ ਨਹੀਂ ਹੈ। ਪੰਜਾਬੀ ਦੀ ਤਾਂ ਸਦੀਆਂ ਪੁਰਾਣੀ ਤਾਰੀਖ ਹੈ। ਸਾਡੇ ਆਪਣੇ ਪੰਜਾਬ ਦੀ ਅਗਰ ਤਾਰੀਖ ਉਠਾ ਕੇ ਦੇਖੀ ਜਾਏ ਤਾਂ ਪੰਜਾਬੀ ਵਿੱਚ ਬੜੇ ਬੜੇ ਵੱਡੇ ਹੀਰੋ ਆਏ ਨੇ ਪੰਜਾਬੀ ਵਿੱਚ, ਪੰਜਾਬ ਵਿੱਚ, ਔਰ ਪੰਜਾਬੀ ਬੋਲਣ ਵਾਲੇ, ਠੀਕ ਹੈ, ਔਲੀਆ, ਸ਼ਾਇਰ। ਪੰਜਾਬੀ ਸ਼ਾਇਰੀ ਅਗਰ ਤੁਸੀਂ ਪੜ੍ਹਨ ਬੈਠੋ ਤਾਂ ਤੁਹਾਡੀ ਜ਼ਿੰਦਗੀ ਲੰਘ ਜਾਣੀ ਹੈ। ਤੁਸੀਂ ਪੰਜਾਬੀ ਔਰ ਪੰਜਾਬ ਦੀ ਸ਼ਾਇਰੀ ਜਿਹੜੀ ਹੈ, ਸਿਰਫ ਇੱਧਰ ਵਾਲਾ ਜਿਹੜਾ ਪੰਜਾਬ ਹੈ, ਪਾਕਿਸਤਾਨ ਵਾਲੇ ਪੰਜਾਬ ਦੀ ਤੁਸੀਂ ਸ਼ਾਇਰੀ ਜਿਹੜੀ ਹੈ, ਇੱਥੇ ਜਿਹੜੇ ਸ਼ਾਇਰ ਪੰਜਾਬੀ ਦੇ ਪੈਦਾ ਹੋਏ ਨੇ ਉਹਨਾਂ ਦੀ ਸ਼ਾਇਰੀ ਨਹੀਂ ਪੜ੍ਹ ਸਕਦੇ। ਅਤੇ ਦੋਸਤਾਂ ਲਈ ਇਹੀ ਪੈਗਾਮ ਹੈ ਕਿ ਆਪਣੀ ਜ਼ੁਬਾਨ ਠਾਠ ਨਾਲ ਬੋਲਿਆ ਕਰੋ, ਅਤੇ ਜਿੱਥੇ ਅੰਗਰੇਜ਼ੀ ਬੋਲਣ ਵਾਲੇ ਅਤੇ ਉਰਦੂ ਬੋਲਣ ਵਾਲੇ ਬੈਠੇ ਹੋਣ ਉੱਥੇ ਜਨਾਬ ਡੱਟ ਕੇ ਬੋਲਿਆ ਕਰੋ ਪੰਜਾਬੀ। ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਸਾਨੂੰ ਫਖਰ ਹੈ, ਇਹਦੇ 'ਤੇ ਕੋਈ ਸ਼ਰਮਾਉਣ ਵਾਲੀ ਗੱਲ ਨਹੀਂ ਹੈ। ਮੈਂ ਤਾਂ ਬੜੇ ਠਾਠ ਨਾਲ ਪੰਜਾਬੀ ਬੋਲਦਾ। ਮੇਰੇ ਜਿਸਲੇ ਪਿੰਡੋਂ ਕਿਸੇ ਯਾਰ ਦੋਸਤ ਦਾ ਸੰਗੀ ਦਾ ਫੋਨ ਆਏ ਅਤੇ ਮੈਂ ਤਾਂ ਕੋਈ ਵੀ ਨਾਲ ਬੈਠਾ ਹੋਏ, ਭਾਵੇਂ ਇੰਗਲਿਸ਼ ਬੋਲਣ ਵਾਲਾ ਬੈਠਾ ਹੋਏ ਅਤੇ ਭਾਵੇਂ ਉਰਦੂ ਬੋਲਣ ਵਾਲਾ ਬੈਠਾ ਹੋਏ, ਮੈਂ ਤਾਂ ਬੜੇ ਠਾਠ ਨਾਲ ਉਹਦੇ ਨਾਲ। ਅੱਛਾ, ਐਤਕੀ ਜਿਹੜੀ ਮਰਦਮਸ਼ੁਮਾਰੀ ਹੈ ਉਹ ਡਿਜੀਟਲ ਹੋ ਰਹੀ ਹੈ? ਕੋਈ ਟੈਬ ਹੋਏਗਾ, ਟੈਬਲੇਟ ਹੋਏਗਾ, ਉਹਦੇ 'ਤੇ ਹੋਏਗੀ, ਜਾਂ ਕੰਪਿਊਟਰਾਈਜ਼ਡ, ਜਾਂ ਕੋਈ ਹੋਰ ਕੋਈ ਕੰਪਿਊਟਰਾਈਜ਼ਡ ਕੋਈ ਇਸ ਤਰ੍ਹਾਂ ਦੀ ਕੋਈ ਡਿਵਾਈਸ ਹੋ ਸਕਦੀ ਹੈ ਜਿਹਦੇ ਉੱਤੇ ਹੋਏਗੀ? ਅਤੇ ਕਿਆ ਸਾਨੂੰ ਜਿਹੜਾ ਮਰਦਮਸ਼ੁਮਾਰੀ ਕਰਨ ਵਾਲਾ ਕੋਈ ਜਿਹੜਾ ਬੰਦਾ ਨੁਮਾਇੰਦਾ ਆਏਗਾ ਉਹਦੇ 'ਤੇ ਛੱਡ ਦੇਣਾ ਚਾਹੀਦਾ ਕਿ ਆਪਣੀ ਮਰਜ਼ੀ ਨਾਲ ਖਾਨੇ ਫਿਲ ਕਰਦਾ ਰਹੇ, ਜਾਂ ਖਾਸ ਤੌਰ 'ਤੇ ਮਾਂ ਬੋਲੀ ਵਾਲਾ ਜਿਹੜਾ ਖਾਨਾ ਹੈ? ਨਹੀਂ, ਬਿਲਕੁਲ ਵੀ ਨਹੀਂ ਜੀ। ਕਿਸੇ ਨੂੰ ਆਪਣਾ ਤੁਹਾਡਾ ਇੱਕ ਜਿਹੜਾ ਤੁਹਾਡਾ ਰਾਈਟ ਹੈ ਉਹ ਤੁਹਾਨੂੰ ਆਪ ਫਾਰਮ ਤੁਹਾਡਾ ਹੱਕ ਬਣਦਾ ਤੁਹਾਡਾ ਫਿਲ ਕਰਨਾ, ਜਾਂ ਕਮ ਅਜ਼ ਕਮ ਅਗਰ ਤੁਸੀਂ ਆਪੇ ਫਿਲ ਨਹੀਂ ਕਰ ਸਕਦੇ ਤਾਂ ਤੁਸੀਂ ਉਸ ਜਣੇ ਨੂੰ ਖਿਲਾਓ, ਜਾਂ ਬੀਬੀ ਹੈ ਜਾਂ ਬੰਦਾ ਹੈ, ਉਹਨੂੰ ਕਹੋ ਕਿ ਭਾਈ ਇੱਥੇ ਸਾਡੇ ਸਾਹਮਣੇ ਤੂੰ ਫਾਰਮ ਫਿਲ ਕਰਨਾ ਹੈ, ਜਿਹੜੇ ਖਾਨੇ 'ਤੇ ਅਸੀਂ ਕਹਾਂਗੇ ਤੂੰ ਉਹਦੇ 'ਤੇ ਟਿਕ ਕਰਨਾ ਹੈ ਜਾਂ ਟੱਚ ਕਰਨਾ ਹੈ, ਠੀਕ ਹੈ, ਆਪਣੀ ਮਰਜ਼ੀ ਨਾਲ। ਕਿਉਂਕਿ ਇਹਦਾ ਤੁਹਾਨੂੰ ਅਗਰ ਦੇਖਿਆ ਜਾਏ ਤਾਂ ਇਨ ਫਿਊਚਰ ਅੱਗੇ ਜਾ ਕੇ ਤੁਹਾਨੂੰ ਇਹਦਾ ਫਾਇਦਾ ਹੋਏਗਾ ਕਿ ਤੁਸੀਂ ਤੁਹਾਡੀ ਤਾਦਾਦ ਜਿਹੜੀ ਹੈ ਉਹ ਕਰਾਚੀ ਕਿਉਂ ਰੋਂਦਾ ਹੈ? ਕਰਾਚੀ ਦੇ ਸ਼ਹਿਰੀ ਅੱਜ ਵੀ ਰੋਂਦੇ ਨੇ ਕਿ ਸਾਡੀ ਆਬਾਦੀ ਘੱਟ ਦੱਸੀ ਜਾਂਦੀ ਹੈ, ਹਾਲਾਂਕਿ ਸਾਡੀ ਆਬਾਦੀ ਜ਼ਿਆਦਾ ਹੈ। ਔਰ ਇਹੀ ਫਾਰਮੂਲਾ ਜਿਹੜਾ ਉਹ ਪੰਜਾਬ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਪੰਜਾਬੀ ਜ਼ੁਬਾਨ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਮਰਦਮਸ਼ੁਮਾਰੀ ਜਿਹੜੀ ਆਉਣ ਵਾਲੀ ਹੈ। ਅਤੇ ਤਮਾਮ ਜਿਹੜੇ ਦੋਸਤ ਸੁਣ ਰਹੇ ਨੇ, ਜਿਹੜੇ ਵੇਖ ਰਹੇ ਨੇ, ਉਹਨਾਂ ਨੂੰ ਮੇਰਾ ਇਹੀ ਪੈਗਾਮ ਹੈ ਕਿ ਆਪਣਾ ਜਿਹੜਾ ਫਾਰਮ ਹੈ ਮਰਦਮਸ਼ੁਮਾਰੀ ਦਾ, ਜਿਸ ਟਾਈਮ ਜਿਹੜਾ ਵੀ ਨੁਮਾਇੰਦਾ ਅਗਰ ਉਹ ਪੇਪਰ ਵਿੱਚ ਲੈ ਕੇ ਆਉਂਦਾ ਹੈ ਤਾਂ ਵੀ ਆਪਣੀ ਅੱਖਾਂ ਦੇ ਸਾਹਮਣੇ ਜਿਹੜੇ ਮੇਰੇ ਭਰਾ ਜਾਂ ਭੈਣਾਂ ਨਹੀਂ ਪੜ੍ਹ ਸਕਦੀਆਂ, ਨਹੀਂ ਪੜ੍ਹੀਆਂ ਲਿਖੀਆਂ, ਆਪੇ ਨਹੀਂ ਕਰ ਸਕਦੀਆਂ, ਉਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਅੱਖੀ ਸਾਹਮਣੇ ਉਹਦੇ ਕੋਲੋਂ ਕਨਫਰਮ ਕਰਕੇ ਅਤੇ ਆਪਣੀ ਮਰਜ਼ੀ ਨਾਲ, ਔਰ ਖਾਸ ਕਰਕੇ ਮਾਂ ਬੋਲੀ ਵਾਲੇ ਜਿਹੜਾ ਖਾਨਾ ਹੈ ਉਹਦੇ ਵਿੱਚ ਤੁਸੀਂ ਆਪਣੀ ਪੰਜਾਬੀ ਜ਼ੁਬਾਨ ਲਿਖਵਾ, ਬਜਾਏ ਦੇ ਕੇ ਤੁਸੀਂ ਉਰਦੂ ਲਿਖਵਾ। ਪੰਜਾਬੀ ਲਿਖਵਾਉਣ ਵਿੱਚ ਕੋਈ ਮਹਿਣਾ ਨਹੀਂ ਹੈ। ਪੰਜਾਬੀ ਜਨਾਬ ਜੱਟਾਂ ਦੀ ਜ਼ੁਬਾਨ ਹੈ ਅਤੇ ਬੜੀ ਸੋਹਣੀ ਅਤੇ ਬੜੀ ਮਿੱਠੀ ਅਤੇ ਸ਼ਕਰੀ ਜ਼ੁਬਾਨ ਹੈ। ਬਹੁਤ ਮਿਹਰਬਾਨੀ।